ਆ ਨੇ ਉਹ ਅਸਥਾਨ ਜਿਸ ਅਸਥਾਨ ਦੇ ਉੱਤੇ ਸਾਡੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਸਦਾ ਦੇ ਲਈ ਸੌਂ ਗਏ। ਇੱਥੇ ਸਰੀਰਾਂ ਦੀਆਂ ਚਿਖਾ ਬਣਾ ਕੇ ਉਹਨਾਂ ਨੂੰ ਅੱਗ ਲਾ ਦਿੱਤੀ ਗਈ ਤਾਂ ਆਸੇ-ਪਾਸੇ ਪਿੰਡ ਦੀਆਂ ਲੋਕਾਂ ਦੀ ਗੱਲ ਲੀਕ ਹੋ ਗਈ ਔਰ ਹੌਲੀ-ਹੌਲੀ ਲੋਕ ਇੱਥੇ ਪਹੁੰਚ ਗਏ। ਅੰਗਰੇਜ਼ ਅਫਸਰ ਔਰ ਸਿਪਾਹੀ ਸਨ ਜਿਹੜੇ ਉਹ ਉਸੇ ਤਰ੍ਹਾਂ ਬਲਦੀਆਂ ਹੋਈਆਂ ਚਿਖਾਵਾਂ ਨੂੰ ਛੱਡ ਕੇ ਭੱਜ ਗਏ। ਲੋਕ ਆਏ, ਸਤਲੁਜ ਦਰਿਆ ਦਾ ਪਾਣੀ ਸੀ ਜਿਹੜਾ ਉਹਦੇ ਨਾਲ ਉਹ ਚਿਖਾਵਾਂ ਦੀ ਅੱਗ ਨੂੰ ਬੁਝਾਇਆ ਗਿਆ। ਉਦੋਂ ਤੱਕ ਲਾਸ਼ਾਂ ਸਨ, ਸਰੀਰ ਸਨ ਜਿਹੜੇ ਉਹ ਅੱਧ ਸੜੇ ਹੋ ਚੁੱਕੇ ਸੀ। ਇਹ ਜਿਹੜੀ ਸ਼ਹੀਦੀ ਜੋਤ ਬਲ ਰਹੀ ਉਹਨਾਂ ਦੇ ਨਾਮ ਦੇ ਉੱਪਰ, ਇਹ ਸਦਾ ਸਾਨੂੰ ਪ੍ਰੇਰਨਾ ਦਿੰਦੀ ਰਹੇਗੀ। ਇਹ ਉਹਨਾਂ ਦੀ ਵਿਚਾਰਾਂ ਦੀ ਜੋਤ ਹੈ, ਇਹ ਉਹਨਾਂ ਦੀ ਆਜ਼ਾਦੀ ਦੀ ਪ੍ਰਤੀਕ ਜੋਤ ਹੈ। ਜਿਵੇਂ ਇਹ ਅੱਗ ਦੀਆਂ ਲਪਟਾਂ ਹਮੇਸ਼ਾ ਉੱਪਰ ਨੂੰ ਵਗਦੀਆਂ ਨੇ, ਕਿਉਂ ਸੋਚਣਾ ਬਣਦਾ ਹੈ ਕਿ ਸ਼ਹੀਦਾਂ ਦੇ ਨਾਮ ਉੱਤੇ ਜੋਤ ਕਿਉਂ ਬਾਲੀ ਜਾਂਦੀ ਹੈ? ਕਿਉਂਕਿ ਅੱਗ ਦੀਆਂ ਲਪਟਾਂ ਭਾਵੇਂ ਖੂਹ 'ਚ ਬਾਲੀਏ ਸਦਾ ਉੱਚੀਆਂ ਉੱਪਰ ਨੂੰ ਉੱਠਦੀਆਂ ਨੇ। ਇਸੇ ਤਰ੍ਹਾਂ ਹੀ ਸ਼ਹੀਦਾਂ ਦੀ ਸੋਚ ਵੀ ਸਦਾ ਉੱਪਰ ਨੂੰ ਉੱਠਦੀ ਹੈ। ਸਰਦਾਰ ਭਗਤ ਸਿੰਘ ਨੂੰ ਉਨਾ ਹੀ ਸਨਮਾਨ ਪਾਕਿਸਤਾਨ ਵਿੱਚ ਮਿਲਦਾ ਹੈ, ਲਹਿੰਦੇ ਪੰਜਾਬ ਵਿੱਚ ਮਿਲਦਾ ਹੈ, ਜਿੰਨਾ ਚੜ੍ਹਦੇ ਪੰਜਾਬ ਹਿੰਦੁਸਤਾਨ ਦੇ ਵਿੱਚ ਮਿਲਦਾ ਹੈ। ਦੱਸਿਆ ਜਾਂਦਾ ਹੈ ਕਿ ਜਦੋਂ 1965 ਪਾਕਿਸਤਾਨ ਦੇ ਨਾਲ ਜੰਗ ਹੁੰਦੀ ਹੈ, ਕੁਝ ਸਮੇਂ ਲਈ ਜਿਹੜਾ ਆ ਏਰੀਆ ਸੀ ਇਹ ਪਾਕਿਸਤਾਨੀ ਫੌਜ ਦੇ ਕੰਟਰੋਲ ਵਿੱਚ ਆ ਗਿਆ ਤੇ ਇਹਦੇ ਨਾਲ ਜਿਹੜੇ ਬੁੱਤ ਸਨ ਉਹ ਪਾਕਿਸਤਾਨ ਦੀਆਂ ਫੌਜਾਂ ਉਖਾੜ ਕੇ ਲੈ ਗਈਆਂ। ਇਹਨਾਂ ਬੁੱਤਾਂ ਨੂੰ ਉਖਾੜ ਕੇ ਨਾਲ ਹੀ ਲੈ ਗਏ, ਤੋੜ ਕੇ ਨਹੀਂ ਗਏ, ਨਾਲ ਲੈ ਕੇ ਗਏ। ਔਰ ਉਸ ਤੋਂ ਬਾਅਦ ਫਿਰ 1971-72 ਦੇ ਵਿੱਚ ਦੁਬਾਰਾ ਉਸੇ ਥਾਂ ਦੇ ਉੱਤੇ ਜਿਹੜੇ ਆ ਬੁੱਤ ਨੇ ਇਹ ਲਗਾਏ ਜਾਂਦੇ ਨੇ। ਅੱਜ ਤੱਕ ਸਮਝ ਨਹੀਂ ਲੱਗ ਸਕੀ ਕਿ ਪਾਕਿਸਤਾਨ ਦੀਆਂ ਫੌਜਾਂ ਦਾ ਕੀ ਮਕਸਦ ਸੀ, ਕਿਉਂਕਿ ਸਾਂਝੇ ਪੰਜਾਬ ਦੇ ਇਹ ਸਾਂਝੇ ਦੇਸ਼ ਦੇ ਸ਼ਹੀਦ ਇਹਨਾਂ ਦੇ ਬੁੱਤਾਂ ਨੂੰ ਕਿਉਂ ਤੋੜਿਆ ਗਿਆ? सरफरोशी की तमन्ना अब हमारे दिल में है, देखना है जोर कितना बाजुए कातिल में है। ਇਹ ਉਹ 17 ਸਨ ਜਿਹੜੀਆਂ 17 ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਨੌਜਵਾਨ ਸ਼ਹੀਦ ਸਦਾ ਗਾਇਆ ਕਰਦੇ ਸਨ। ਸਰਦਾਰ ਭਗਤ ਸਿੰਘ, ਉਹਨਾਂ ਦੇ ਸਾਥੀ ਰਾਜਗੁਰੂ ਤੇ ਸੁਖਦੇਵ ਜਿਹੜੇ ਇਸ ਕੌਮ ਦੇ ਨੌਜਵਾਨਾਂ ਦੇ ਲਈ, ਇਸ ਦੇਸ਼ ਦੇ ਨੌਜਵਾਨਾਂ ਲਈ ਸਦਾ ਹੀ ਪ੍ਰੇਰਨਾ ਸਰੋਤ ਰਹੇ ਨੇ, ਜਿਹੜੇ ਸਾਡੀ ਅਣਖ ਦਾ, ਸਾਡੀ ਆਜ਼ਾਦੀ ਦਾ ਪ੍ਰਤੀਕ ਨੇ। ਅੱਜ ਅਸੀਂ ਉਸ ਅਸਥਾਨ ਦੇ ਉੱਤੇ ਖੜੇ ਹਾਂ ਜਿਸ ਅਸਥਾਨ ਨੂੰ ਸ਼ਹੀਦਾਂ ਦੀ ਕਰਬਲਾ ਕਿਹਾ ਜਾਂਦਾ ਹੈ। ਦੇਸ਼ ਕੌਮ ਦੀ ਆਜ਼ਾਦੀ ਦੇ ਯੋਧਿਆਂ ਦੀ ਕਰਬਲਾ। ਅਸੀਂ ਖੜੇ ਹਾਂ ਹੁਸੈਨੀਵਾਲਾ ਬਾਰਡਰ ਦੇ ਉਸ ਅਸਥਾਨ ਦੇ ਉੱਪਰ ਜਿੱਥੇ ਸਰਦਾਰ ਭਗਤ ਸਿੰਘ, ਉਹਨਾਂ ਦੇ ਸਾਥੀ ਰਾਜਗੁਰੂ ਤੇ ਸੁਖਦੇਵ, ਉਹਨਾਂ ਦੀਆਂ ਸਮਾਧਾਂ ਬਣੀਆਂ ਹੋਈਆਂ ਨੇ, ਜਿਸ ਧਰਤੀ ਦੇ ਵਿੱਚ ਉਹ ਸਦਾ ਲਈ ਸਮਾ ਗਏ। ਅੱਜ ਤੁਹਾਨੂੰ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ, ਉਹਨਾਂ ਦੀਆਂ ਸਮਾਧੀ ਅਸਥਲ ਦੇ ਦਰਸ਼ਨ ਕਰਵਾਉਣੇ ਨੇ। ਆਓ ਆਪਾਂ ਰਾਜਗੁਰੂ ਸੁਖਦੇਵ, ਸਰਦਾਰ ਭਗਤ ਸਿੰਘ, ਉਹਨਾਂ ਦੀ ਸਮਾਧੀ ਸਥਾਨਾਂ ਦੇ ਵੱਲ ਚੱਲਦੇ ਹਾਂ। ਦਰਸ਼ਕੋ, ਆ ਨੇ ਉਹ ਅਸਥਾਨ ਜਿਸ ਅਸਥਾਨ ਦੇ ਉੱਤੇ ਸਾਡੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ ਸਦਾ ਦੇ ਲਈ ਸੌਂ ਗਏ। ਇੱਥੇ ਹੀ ਉਹਨਾਂ ਦੇ ਸਰੀਰ ਦੀਆਂ ਜਿਹੜੀਆਂ ਅਸਥੀਆਂ ਸਨ ਇੱਥੇ ਹੀ ਦਬਾਇਆ ਗਿਆ। ਆ ਉਹ ਮਹਾਨ ਅਗਨੀ ਦੀ ਜੋਤੀ ਹੈ, ਜਿਹੜੀ ਅਗਨੀ ਦੀ ਜੋਤੀ ਸਦਾ ਹੀ ਸਾਨੂੰ ਉਹਨਾਂ ਦੀ ਯਾਦ ਦਿਵਾਉਂਦੀ ਰਹੇਗੀ। ਦਰਸ਼ਕੋ, ਇਹ ਉਹ ਅਸਥਾਨ ਹੈ ਜਿਸ ਅਸਥਾਨ ਦੇ ਉੱਪਰ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ, ਉਹਨਾਂ ਦੇ ਸਰੀਰ ਦੀ ਰਾਖ ਨੂੰ, ਉਹਨਾਂ ਦੀਆਂ ਅਸਥੀਆਂ ਨੂੰ ਇੱਥੇ ਦਬਾਇਆ ਗਿਆ ਸੀ। ਜੇਕਰ ਇਤਿਹਾਸ ਦੀ ਗੱਲ ਕਰੀਏ, 1931 ਨੂੰ ਸਰਦਾਰ ਭਗਤ ਸਿੰਘ, ਉਹਨਾਂ ਦੇ ਸਾਥੀ ਰਾਜਗੁਰੂ ਸੁਖਦੇਵ ਨੂੰ ਫਾਂਸੀ ਤੇ ਚਾੜਿਆ ਜਾਂਦਾ ਲਾਹੌਰ ਦੀ ਜੇਲ੍ਹ ਦੇ ਵਿੱਚ।
ਲਾਹੌਰ ਇੱਥੋਂ ਬਹੁਤ ਦੂਰ ਹੈ। ਇਤਿਹਾਸ ਦੀ ਗੱਲ ਕਰੀਏ ਤੇ ਇਤਿਹਾਸ ਇਹ ਕਹਿੰਦਾ ਹੈ ਵੀ ਸਰਕਾਰ ਦੇ ਵੱਲੋਂ, ਬ੍ਰਿਟਿਸ਼ ਸਰਕਾਰ ਦੇ ਵੱਲੋਂ ਇਹ ਸਕੀਮ ਬਣਾਈ ਗਈ ਸੀ ਕਿ ਸਭ ਤੋਂ ਪਹਿਲਾਂ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸਰੀਰ ਨੂੰ, ਉਹਨਾਂ ਦੀਆਂ ਲਾਸ਼ਾਂ ਨੂੰ ਜੇਲ੍ਹ ਦੇ ਵਿੱਚ ਹੀ ਅੰਤਮ ਸੰਸਕਾਰ ਕਰ ਦਿੱਤਾ ਜਾਏ। ਪਰ ਆਸੇ-ਪਾਸੇ ਤੋਂ ਹਜ਼ਾਰਾਂ ਲੋਕਾਂ ਨੇ ਲਾਹੌਰ ਦੀ ਉਸ ਸੈਂਟਰਲ ਜੇਲ੍ਹ ਨੂੰ ਘੇਰ ਲਿਆ ਸੀ ਜਿੱਥੇ ਸਰਦਾਰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦਿੱਤੀ ਗਈ ਸੀ। ਔਰ ਜੇਕਰ ਜੇਲ੍ਹ ਦੇ ਵਿੱਚੋਂ ਧੂਆਂ ਉੱਠੇਗਾ, ਲੋਕਾਂ ਨੂੰ ਪਤਾ ਲੱਗ ਜਾਣਾ ਕਿ ਇੱਥੇ ਸੰਸਕਾਰ ਹੋਏ ਨੇ ਸ਼ਹੀਦਾਂ ਦੇ, ਤਾਂ ਫਿਰ ਲੋਕ ਭੜਕ ਸਕਦੇ ਨੇ, ਜੇਲ੍ਹ ਤੋੜ ਕੇ ਹਮਲਾ ਕਰ ਸਕਦੇ ਨੇ। ਇਸ ਕਰਕੇ ਸਕੀਮ ਬਣਾਈ ਗਈ ਕਿ ਲਾਹੌਰ ਦੇ ਨਾਲ ਰਾਵੀ ਦਰਿਆ ਵਗਦਾ, ਰਾਵੀ ਦਰਿਆ ਦੇ ਉੱਪਰ ਸੰਸਕਾਰ ਕਰ ਦਿੱਤਾ ਜਾਏ, ਉਹਨਾਂ ਦੀਆਂ ਲਾਸ਼ਾਂ ਨੂੰ ਰਾਵੀ ਦਰਿਆ ਅੰਦਰ ਰੋੜ ਦਿੱਤਾ ਜਾਏ। ਪਰ ਫਿਰ ਇਹ ਵੀ ਡਰ ਰਿਹਾ ਕਿ ਰਾਵੀ ਦਰਿਆ ਕੋਈ ਬਹੁਤੀ ਦੂਰ ਨਹੀਂ, ਆਮ ਲੋਕ ਉੱਥੇ ਪਹੁੰਚ ਸਕਦੇ ਨੇ ਔਰ ਜਿਹੜੇ ਸੰਸਕਾਰ ਕਰਨ ਵਾਲੇ ਅਧਿਕਾਰੀ ਹੋਣਗੇ ਉਹਨਾਂ ਦੀ ਜਾਨ ਨੂੰ ਨੁਕਸਾਨ ਹੋ ਸਕਦਾ ਹੈ। ਇਸ ਕਰਕੇ ਇਹ ਦੂਜੀ ਸਕੀਮ ਵੀ ਸੀ ਜਿਹੜੀ ਉਹ ਅਸਫਲ ਸਾਬਤ ਹੋ ਗਈ ਕਿ ਰਾਵੀ ਦਰਿਆ ਵਿੱਚ ਲਾਸ਼ਾਂ ਰੋੜ ਦਿੱਤੀਆਂ ਜਾਣ ਜਾਂ ਰਾਵੀ ਦਰਿਆ ਦੇ ਕਿਨਾਰੇ ਸੰਸਕਾਰ ਕੀਤਾ ਜਾਏ। ਫਿਰ ਇੱਕ ਅੰਗਰੇਜ਼ ਅਫਸਰ ਦੇ ਕਹਿਣ ਦੇ ਉੱਪਰ ਸਤਲੁਜ ਦਰਿਆ ਦਾ ਇਹ ਕੰਢਾ, ਫਿਰੋਜ਼ਪੁਰ ਹੁਸੈਨੀ ਵਾਲਾ ਬਾਰਡਰ ਦੀ ਇਹ ਥਾਂ ਚੁਣੀ ਗਈ। ਲਾਹੌਰ ਜੇਲ੍ਹ ਦੀ ਕੰਧ ਨੂੰ ਪਿਛਲੇ ਪਾਸੇ ਤੋਂ ਤੋੜਿਆ ਗਿਆ। ਕੰਧ ਨੂੰ ਤੋੜਨ ਤੋਂ ਬਾਅਦ ਉਹਦੇ ਅੰਦਰ ਟਰੱਕ ਲਿਜਾਇਆ ਗਿਆ ਪਿਛਲੇ ਪਾਸੇ ਦੀ, ਔਰ ਟਰੱਕ ਦੇ ਵਿੱਚ ਇਹਨਾਂ ਤਿੰਨਾਂ ਸੂਰਬੀਰ ਯੋਧਿਆਂ ਦੇ ਸਰੀਰ ਨੂੰ ਰੱਖਿਆ ਗਿਆ। ਔਰ ਲਗਭਗ 10 ਵਜੇ ਤੋਂ ਬਾਅਦ ਉਹ ਟਰੱਕ ਲਾਹੌਰ ਤੋਂ ਰਵਾਨਾ ਹੁੰਦਾ ਹੈ ਔਰ ਅੱਧੀ ਰਾਤ ਤੋਂ ਬਾਅਦ ਇੱਥੇ ਪਹੁੰਚਦਾ ਹੈ। ਇੱਥੇ ਪਹੁੰਚਣ ਤੋਂ ਬਾਅਦ ਸਤਲੁਜ ਦਰਿਆ ਇੱਥੇ ਬਿਲਕੁਲ ਨਜ਼ਦੀਕ ਵਗਦਾ ਹੈ। ਉਹ ਸਤਲੁਜ ਦਰਿਆ ਦੇ ਕਿਨਾਰੇ ਜਿਹੜਾ ਸੀ ਚਿਖਾਵਾਂ ਚੁਣੀਆਂ ਗਈਆਂ। ਇਹ ਵੀ ਦੱਸਦੇ ਨੇ ਵੀ ਨਾਲ ਇੱਥੇ ਇੱਕ ਪਿੰਡ ਪੈਂਦਾ ਸੀ, ਕੋਈ ਪੱਕਾ ਪਤਾ ਨਹੀਂ। ਉਸ ਪਿੰਡ ਤੋਂ ਇੱਕ ਪੁਜਾਰੀ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਸੁਖਦੇਵ, ਰਾਜਗੁਰੂ ਤੇ ਭਗਤ ਸਿੰਘ ਦੀਆਂ ਅੰਤਮ ਜਿਹੜਾ ਸੰਸਕਾਰ ਸੀ ਉਹਦੀਆਂ ਕਿਰਿਆਵਾਂ ਨੂੰ ਧਾਰਮਿਕ ਰਵਾਇਤਾਂ ਦੇ ਅਨੁਸਾਰ ਨਿਭਾਇਆ। ਇਹ ਕੇਵਲ ਅੰਗਰੇਜ਼ਾਂ ਦੀ ਰਿਪੋਰਟ ਦੱਸਦੀ ਹੈ। ਜਦੋਂ ਇੱਥੇ ਸਰੀਰਾਂ ਦੀਆਂ ਚਿਖਾ ਬਣਾ ਕੇ ਉਹਨਾਂ ਨੂੰ ਅੱਗ ਲਾ ਦਿੱਤੀ ਗਈ ਤਾਂ ਆਸੇ-ਪਾਸੇ ਪਿੰਡ ਦਿਆਂ ਲੋਕਾਂ ਦੀ ਗੱਲ ਲੀਕ ਹੋ ਗਈ ਔਰ ਹੌਲੀ-ਹੌਲੀ ਲੋਕ ਇੱਥੇ ਪਹੁੰਚ ਗਏ। ਅੰਗਰੇਜ਼ ਅਫਸਰ ਔਰ ਸਿਪਾਹੀ ਸਨ ਜਿਹੜੇ, ਉਹ ਉਸੇ ਤਰ੍ਹਾਂ ਬਲਦੀਆਂ ਹੋਈਆਂ ਚਿਖਾਵਾਂ ਨੂੰ ਛੱਡ ਕੇ ਭੱਜ ਗਏ। ਲੋਕ ਆਏ, ਸਤਲੁਜ ਦਰਿਆ ਦਾ ਪਾਣੀ ਸੀ ਜਿਹੜਾ ਉਹਦੇ ਨਾਲ ਉਹ ਚਿਖਾਵਾਂ ਦੀ ਅੱਗ ਨੂੰ ਬੁਝਾਇਆ ਗਿਆ। ਉਦੋਂ ਤੱਕ ਲਾਸ਼ਾਂ ਸਨ, ਸਰੀਰ ਸਨ ਜਿਹੜੇ ਉਹ ਅੱਧ ਸੜੇ ਹੋ ਚੁੱਕੇ ਸੀ। ਉਸ ਤੋਂ ਬਾਅਦ ਕਹਿੰਦੇ ਨੇ ਕਿ ਜਿਸ ਅਸਥਾਨ ਤੇ ਆਪਾਂ ਇੱਥੇ ਖੜੇ ਹਾਂ, ਇਸ ਅਸਥਾਨ ਦੇ ਉੱਪਰ ਦੂਜੇ ਦਿਨ ਸਵੇਰੇ ਸਰੀਰ ਲਿਆਂਦੇ ਗਏ ਔਰ ਇੱਥੇ ਸੀ ਜਿਹੜਾ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਤਿੰਨਾਂ ਸ਼ਹੀਦਾਂ ਦੇ ਸਰੀਰ ਨੂੰ ਇੱਥੇ ਅਗਨ ਭੇਟ ਦੁਬਾਰਾ ਕੀਤਾ ਜਾਂਦਾ ਹੈ। ਔਰ ਇੱਥੋਂ ਦੀ ਜਿਹੜੀ ਰਾਖ ਹੈ ਉਸ ਰਾਖ ਨੂੰ ਲਾਹੌਰ ਲਿਜਾਇਆ ਜਾਂਦਾ ਹੈ ਔਰ ਰਾਖ ਨੂੰ ਲਾਹੌਰ ਰੱਖ ਕੇ ਫਿਰ ਇੱਕ ਲੰਮਾ ਜਿਹੜਾ ਹੈ ਉਹ ਜਲੂਸ ਕੱਢਿਆ ਜਾਂਦਾ ਹੈ। ਸੋ ਸੁਖਦੇਵ, ਰਾਜਗੁਰੂ ਤੇ ਸਰਦਾਰ ਭਗਤ ਸਿੰਘ ਸਾਡੇ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਨੇ। ਇਹ ਜਿਹੜੀ ਸ਼ਹੀਦੀ ਜੋਤ ਬਲ ਰਹੀ ਉਹਨਾਂ ਦੇ ਨਾਮ ਦੇ ਉੱਪਰ, ਇਹ ਸਦਾ ਸਾਨੂੰ ਪ੍ਰੇਰਨਾ ਦਿੰਦੀ ਰਹੇਗੀ। ਇਹ ਉਹਨਾਂ ਦੀ ਵਿਚਾਰਾਂ ਦੀ ਜੋਤ ਹੈ, ਇਹ ਉਹਨਾਂ ਦੀ ਆਜ਼ਾਦੀ ਦੀ ਪ੍ਰਤੀਕ ਜੋਤ ਹੈ। ਜਿਵੇਂ ਇਹ ਅੱਗ ਦੀਆਂ ਲਪਟਾਂ ਹਮੇਸ਼ਾ ਉੱਪਰ ਨੂੰ ਵਗਦੀਆਂ ਨੇ, ਕਿਉਂ ਸੋਚਣਾ ਬਣਦਾ ਹੈ ਕਿ ਸ਼ਹੀਦਾਂ ਦੇ ਨਾਮ ਉੱਤੇ ਜੋਤ ਕਿਉਂ ਬਾਲੀ ਜਾਂਦੀ ਹੈ? ਕਿਉਂਕਿ ਅੱਗ ਦੀਆਂ ਲਪਟਾਂ ਭਾਵੇਂ ਖੂਹ 'ਚ ਬਾਲੀਏ ਸਦਾ ਉੱਚੀਆਂ ਉੱਪਰ ਨੂੰ ਉੱਠਦੀਆਂ ਨੇ। ਇਸੇ ਤਰ੍ਹਾਂ ਹੀ ਸ਼ਹੀਦਾਂ ਦੀ ਸੋਚ ਵੀ ਸਦਾ ਉੱਪਰ ਨੂੰ ਉੱਠਦੀ ਹੈ। ਸੋ ਇਹ ਫਿਰੋਜ਼ਪੁਰ ਹੁਸੈਨੀ ਵਾਲਾ ਬਾਰਡਰ ਤੇ ਸਰਦਾਰ ਭਗਤ, ਰਾਜਗੁਰੂ, ਸੁਖਦੇਵ ਔਰ ਜਿਹੜਾ ਇਨਕਲਾਬ ਜ਼ਿੰਦਾਬਾਦ, ਸਰਦਾਰ ਭਗਤ ਸਿੰਘ ਉਹਦੇ ਸਾਥੀ ਸਦਾ ਇਹ ਨਾਰਾ ਲਾਇਆ ਕਰਦੇ ਸੀ। ਔਰ ਜਦੋਂ ਇਤਿਹਾਸ ਇਹ ਕਹਿੰਦਾ ਹੈ ਕਿ ਜਦੋਂ ਇਹ ਯੋਧੇ ਫਾਂਸੀ ਦੇ ਰੱਸੇ ਵੱਲ ਚੱਲਦੇ ਨੇ ਲਾਹੌਰ ਜੇਲ੍ਹ ਦੇ ਵਿੱਚ, ਤੇ ਉਦੋਂ ਵੀ ਉਹ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਹੀ ਲਗਾ ਰਹੇ ਸਨ। ਸੋ ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਦਰਸ਼ਨ ਕਰਨ ਵਾਸਤੇ, ਸ਼ਹੀਦਾਂ ਨੂੰ ਨਮਸਕਾਰ ਕਰਨ ਵਾਸਤੇ, ਸਲਾਮ ਕਰਨ ਵਾਸਤੇ ਇੱਥੇ ਪਹੁੰਚਦੇ ਰਹਿੰਦੇ ਨੇ। ਸੋ ਆਓ ਇੱਕ ਤੁਹਾਨੂੰ ਹੋਰ ਗੱਲ ਤੋਂ ਜਾਣੂ ਕਰਵਾਉਣੇ ਆ। ਆਓ ਸਾਹਮਣੇ
ਸੁਖਦੇਵ ਰਾਜਗੁਰੂ ਸਰਦਾਰ ਭਗਤ ਸਿੰਘ ਉਹਨਾਂ ਦੇ ਬੁੱਤ ਨੇ। ਇਹ ਬੁੱਤ ਨੇ ਜਿਹੜੇ, ਇਹਨਾਂ ਦੀ ਵੀ ਜਿਹੜੀ ਕਹਾਣੀ ਉਹ ਬੜੀ ਵੱਖਰੀ ਤਰ੍ਹਾਂ ਦੀ ਹੈ। ਇਹ ਕਹਾਣੀ, ਇਹ ਜਿਹੜੇ ਬੁੱਤ ਨੇ ਇਹ 1956 ਦੇ ਵਿੱਚ ਸਥਾਪਿਤ ਕੀਤੇ ਗਏ ਸਨ, ਪਰ ਜਦੋਂ 1965 ਦੇ ਵਿੱਚ ਜੰਗ ਹੁੰਦੀ ਆ ਪਾਕਿਸਤਾਨ ਦੇ ਨਾਲ, ਤੇ ਜਿਹੜਾ ਇਹ ਪੂਰਾ ਏਰੀਆ ਸੀ, ਇਹ ਏਰੀਆ ਪਾਕਿਸਤਾਨ ਦੀਆਂ ਫੌਜਾਂ ਦੇ ਕੰਟਰੋਲ ਹੇਠ ਕੁਝ ਸਮੇਂ ਲਈ ਆ ਗਿਆ ਸੀ। ਇੱਥੋਂ ਤੱਕ ਪਾਕਿਸਤਾਨ ਦੀਆਂ ਫੌਜਾਂ ਪਹੁੰਚ ਗਈਆਂ ਸਨ, ਔਰ ਜਿਹੜੇ ਪਾਕਿਸਤਾਨ ਦੇ ਸਿਪਾਹੀ ਸੀ, ਜਦੋਂ ਕਿ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ ਸਾਂਝੇ ਪੰਜਾਬ ਦੇ, ਸਾਂਝੇ ਹਿੰਦੁਸਤਾਨ ਦੇ ਹੀ ਸ਼ਹੀਦ ਨੇ। ਸਰਦਾਰ ਭਗਤ ਸਿੰਘ ਨੂੰ ਓਨਾ ਹੀ ਸਨਮਾਨ ਪਾਕਿਸਤਾਨ ਵਿੱਚ ਮਿਲਦਾ ਹੈ, ਲਹਿੰਦੇ ਪੰਜਾਬ ਵਿੱਚ ਮਿਲਦਾ ਹੈ, ਜਿੰਨਾ ਚੜ੍ਹਦੇ ਪੰਜਾਬ ਹਿੰਦੁਸਤਾਨ ਦੇ ਵਿੱਚ ਮਿਲਦਾ ਹੈ। ਪਰ ਜਿਹੜੇ ਇਹ ਤੁਸੀਂ ਤਿੰਨ ਇਹ ਬੁੱਤ ਦੇਖ ਰਹੇ ਹੋ, ਤਸਵੀਰਾਂ ਦੇਖ ਰਹੇ ਹੋ ਸ਼ਹੀਦਾਂ ਦੀਆਂ, ਇਹ ਦੱਸਿਆ ਜਾਂਦਾ ਹੈ ਕਿ ਜਦੋਂ 1965 ਪਾਕਿਸਤਾਨ ਦੇ ਨਾਲ ਜੰਗ ਹੁੰਦੀ ਹੈ, ਕੁਝ ਸਮੇਂ ਲਈ ਜਿਹੜਾ ਆ ਏਰੀਆ ਸੀ ਇਹ ਪਾਕਿਸਤਾਨੀ ਫੌਜ ਦੇ ਕੰਟਰੋਲ ਵਿੱਚ ਆ ਗਿਆ, ਤੇ ਇਹਦੇ ਨਾਲ ਜਿਹੜੇ ਬੁੱਤ ਸਨ ਉਹ ਪਾਕਿਸਤਾਨ ਦੀਆਂ ਫੌਜਾਂ ਉਖਾੜ ਕੇ ਲੈ ਗਈਆਂ। ਇਹਨਾਂ ਬੁੱਤਾਂ ਨੂੰ ਉਖਾੜ ਕੇ ਨਾਲ ਹੀ ਲੈ ਗਏ, ਤੋੜ ਕੇ ਨਹੀਂ ਗਏ, ਨਾਲ ਲੈ ਕੇ ਗਏ। ਔਰ ਉਸ ਤੋਂ ਬਾਅਦ ਫਿਰ 1971-72 ਦੇ ਵਿੱਚ ਦੁਬਾਰਾ ਉਸੇ ਥਾਂ ਦੇ ਉੱਤੇ ਜਿਹੜੇ ਆ ਬੁੱਤ ਨੇ ਇਹ ਲਗਾਏ ਜਾਂਦੇ ਨੇ। ਅੱਜ ਤੱਕ ਸਮਝ ਨਹੀਂ ਲੱਗ ਸਕੀ ਕਿ ਪਾਕਿਸਤਾਨ ਦੀਆਂ ਫੌਜਾਂ ਦਾ ਕੀ ਮਕਸਦ ਸੀ, ਕਿਉਂਕਿ ਸਾਂਝੇ ਪੰਜਾਬ ਦੇ, ਇਹ ਸਾਂਝੇ ਦੇਸ਼ ਦੇ ਸ਼ਹੀਦ, ਇਹਨਾਂ ਦੇ ਬੁੱਤਾਂ ਨੂੰ ਕਿਉਂ ਤੋੜਿਆ ਗਿਆ। ਔਰ ਉਸ ਤੋਂ ਬਾਅਦ 1971-72 ਦੇ ਵਿੱਚ ਦੁਬਾਰਾ ਇਹਨਾਂ ਬੁੱਤਾਂ ਨੂੰ, ਇਹਨਾਂ ਮੂਰਤਾਂ ਨੂੰ ਫਿਰ ਇੱਥੇ ਲਾਇਆ ਗਿਆ ਹੈ। ਸੋ ਕਦੇ ਵੀ ਤੁਸੀਂ ਆਓ ਤਾਂ ਭਗਤ ਸਿੰਘ, ਰਾਜਗੁਰੂ ਸੁਖਦੇਵ ਉਹਨਾਂ ਦੀ ਸਮਾਧ ਦੇ ਉੱਤੇ ਜ਼ਰੂਰ ਆਓ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ, ਕਿਉਂਕਿ ਉਹ ਸਾਡੀ ਕੌਮ ਦੇ, ਸਾਡੇ ਦੇਸ਼ ਦੇ ਅਣਖ ਦੇ, ਉਹਨਾਂ ਦੀ ਆਜ਼ਾਦੀ ਦੇ ਪ੍ਰਤੀਕ ਨੇ। ਮੈਂ ਸੁਖਬੀਰ ਸਿੰਘ ਚੈਣਾ, ਪੰਜਾਬ ਨਿਊਜ਼ ਲਈ ਫਿਰੋਜ਼ਪੁਰ ਤੋਂ, ਧੰਨਵਾਦ।